परम सत्कारयोग सतगुरां दी साजी निवाजी गुरु रूप प्यारी गुरु सवारी साध संगत जी, आप जी सारियां संगतां आपो अपना प्यार सत्कार ले के गुरु दरबार दे विच पहुंचे हाँ। सतगुरु महाराज जियां दे पावन पवित्र बचन जिहड़े ने वो आपां सारी संगत ने सरवण कीते हन। गुरसिखां दी रसना तो अकाल पुरख महाराज जियां दे इन्हां वचनां ते पहरा देण वास्ते महाराज दे चरनां विच बैठदे हाँ। अकाल पुरख जी किरपा करियो, अमोलक जिंदगी जिहड़ी आप जियां ने बख्शी है, ये जिंदगी दे विच जिन्ने आप जियां दे वचन ने उन्हां वचनां ते असीं खरे उतरीए तां कि जन्म अते मरण तो सदा वास्ते रहत हो जाइए। अकाल पुरख महाराज की किरपा दे नाल जिस बिन सै हउमै पाप, गुरबाणी नूं पढ़न सुनन दे नाल, परमात्मा दे बचन मनण दे नाल जिहड़े जिंदगी दे कीते होए पाप कर्म ने ये सारे दे सारे बिनस जाते हैं। जिस बिनस है हउमै पाप, हउमै दा एक बहुत वड्डा रोग है जिहड़ा ये मनुखता दी जिंदगी नूं तकरीबन लग्या होया। जिस रोग तो बचण दे इन्हें उद्यम उपराले तां बड़े कीते हैं, पर सतगुरां दी महाराज दी बाणी तो बिना होर कोई भी सहारा नहीं जिस दे नाल ये हउमै दा रोग जिहड़ा है ये मनुख दे अंदरों खत्म होवे। बचन गुरु जो पूरा कहियो मैं शीक गंठरी बांधा, जिहड़े गुरु ने बचन कर दिता वो बचन तो जिहड़ा गुरु दा सेवक है वो खिसकदा नहीं, पर बचन मनना भी एक हर एक मनुख दे वस दा रोग नहीं हुंदा। सेवक बन जाना महाराज दा, सेवक नूं फारसी दे विच मुरीद कहंदे ने, ते भाई गुरदास जी कहंदे मुरदा होए मुरीद ना गली होवना। आप मुरदा होके फिर मुरीद बनिया जाता है, आप मुरदा होके फिर महाराज दा सेवक बनिया जाता है। सेवक महाराज दा अखवा लेना कोई वड्डी गल नहीं है, तकरीबन सारी दुनिया अखवाउंदी है, पर भाई गुरदास जी कहंदे सेवक बनना बड़ा औखा है, बड़ा औखा है। महाराज दे बचन नूं मन के ते उन्हां बचनां ते पहरा देना। गुरु पंजम पातशाह साहिब श्री गुरु अर्जन देव साहिब महाराज तरन ताਰਨ साहिब जी पावन पवित्र धरती ते संगतां सेवा करदियां ने, ते महाराज दे चरनां विच पट्टी दे रहण वाला लंगाहा चौधरी आया सी। उन्हां समयां दे विच नगरां खेड़िਆਂ दे कस्बिਆਂ ਦੇ चौधरी ਹੁੰਦੇ ਸੀ। चौधरी महाराज दे चरनां विच आया
ਤੇ ਮਹਾਰਾਜ ਦੇ ਚਰਨਾਂ ਵਿੱਚ ਸੰਗਤਾਂ ਦਾ ਉਤਸ਼ਾਹ ਵੇਖ ਕੇ ਕਹਿਣ ਲੱਗਿਆ, ਮਹਾਰਾਜ ਮੈਂ ਵੀ ਤੁਹਾਡਾ ਸੇਵਕ ਹਾਂ ਤੇ ਕਿਰਪਾ ਕਰ ਦਿਓ, ਤੁਸੀਂ ਮੈਨੂੰ ਵੀ ਕੋਈ ਸੇਵਾ ਬਖਸ਼ ਦਿਓ। ਜਦੋਂ ਲੰਗਾਹੇ ਚੌਧਰੀ ਨੇ ਮਹਾਰਾਜ ਨੂੰ ਇਹ ਗੱਲ ਕਹੀ ਤੇ ਮਹਾਰਾਜ ਕਹਿਣ ਲੱਗੇ, ਠੀਕ ਹੈ। ਮਹਾਰਾਜ ਨਿਤਨੇਮ ਕਰਮ ਅਨੁਸਾਰ ਕੇਸੀ ਇਸ਼ਨਾਨ ਕਰਦੇ ਸਨ ਅੰਮ੍ਰਿਤ ਵੇਲੇ, ਤੇ ਮਹਾਰਾਜ ਨੇ ਬਚਨ ਕਰ ਦਿੱਤਾ ਲੰਗਾਹੇ ਚੌਧਰੀ ਨੂੰ, ਕਹਿੰਦੇ ਚੰਗਾ ਚੌਧਰੀ ਹੈ, ਫਿਰ ਇੰਝ ਕਰਿਆ ਕਰ ਵੀ ਅਸੀਂ ਅੰਮ੍ਰਿਤ ਵੇਲੇ ਕੇਸੀ ਇਸ਼ਨਾਨ ਕਰਨਾ ਹੁੰਦਾ ਤੇ ਤੂੰ ਆਪਣੇ ਘਰੋਂ ਦਹੀਂ ਲੈ ਕੇ ਆਇਆ ਕਰ। ਕਿਉਂਕਿ ਉਹ ਚੌਧਰੀ ਨੇ ਦੱਸਿਆ ਸੀ ਮਹਾਰਾਜ ਨੂੰ ਕਿ ਮੇਰੇ ਘਰੇ ਮਾਲ ਡੰਗਰ ਬਹੁਤ ਰੱਖੇ ਹੋਏ ਨੇ, ਬੜਾ ਦੁੱਧ ਘਿਓ ਹੈ ਘਰ ਦੇ ਵਿੱਚ, ਸੇਵਾ ਬਖਸ਼ੋ। ਮਹਾਰਾਜ ਕਹਿਣ ਲੱਗੇ ਚੰਗਾ ਦਹੀਂ ਲੈ ਕੇ ਆਇਆ ਕਰ। ਤਰਨ ਤਾਰਨ ਮਹਾਰਾਜ ਕੋਲੇ ਅੰਮ੍ਰਿਤ ਵੇਲੇ ਦਹੀਂ ਲੈ ਕੇ ਪਹੁੰਚ ਜਾ ਕਰੇ। 4 ਕੋਹ ਤੋਂ ਚੱਲਦਾ ਹੁੰਦਾ ਸੀ, ਪੱਟੀ ਤੋਂ ਤਰਨ ਤਾਰਨ, ਤੇ ਨੰਗੇ ਪੈਰੀ ਆਉਣਾ, ਮਟਕੀ ਸਿਰ ਤੇ ਰੱਖ ਲੈਣੀ ਤੇ ਮਹਾਰਾਜ ਦੇ ਚਰਨਾਂ ਵਿੱਚ ਅੰਮ੍ਰਿਤ ਵੇਲੇ ਤਕਰੀਬਨ 2-2:30 ਦੇ ਟਾਈਮ ਉਹਨੇ ਪਹੁੰਚ ਜਾਂਦਾ ਹੁੰਦਾ ਸੀ। 4 ਕੋਹ ਦਾ ਸਫ਼ਰ ਤੈਅ ਕਰਕੇ ਨੰਗੇ ਪੈਰੀ। ਇਹ ਕਾਫੀ ਸਮਾਂ ਸੀ ਜਿਹੜਾ ਸੇਵਾ ਮਹਾਰਾਜ ਦੀ ਤਰਨ ਤਾਰਨ ਆ ਕੇ ਕਰਦਾ ਰਿਹਾ। ਇੱਕ ਦਿਨ ਮਹਾਰਾਜ ਨੇ ਤੇ ਪਰਚਾ ਪਾਤਾ। ਪਰਚਾ ਕੀ ਪਾਇਆ ਮਹਾਰਾਜ ਨੇ? ਸ਼ਾਮ ਨੂੰ ਆਪਣੇ ਕਮਰੇ ਨੂੰ ਜਿੰਦਾ ਕੁੰਡਾ ਲਾ ਕੇ ਤੇ ਸੇਵਕਾਂ ਨੂੰ ਕਹਿ ਦਿੱਤਾ, ਕਹਿੰਦੇ ਜਦੋਂ ਹੁਣ ਅੱਧੀ ਰਾਤ ਨੂੰ ਲੰਗਾਹਾ ਚੌਧਰੀ ਆਊਗਾ ਤੇ ਉਹਨੂੰ ਕਹਿ ਦਿਓ ਤੁਸੀਂ ਮਹਾਰਾਜ ਤੇ ਅੰਮ੍ਰਿਤਸਰ ਸਾਹਿਬ ਚਲੇ ਗਏ। ਅੱਧੀ ਰਾਤ ਇਹ ਪਹੁੰਚਿਆ, 4 ਕੋਹ ਦਾ ਸਫ਼ਰ ਕਰਕੇ। ਮਹਾਰਾਜ ਦੇ ਘਰ ਦਾ ਕੁੰਡਾ ਲੱਗਿਆ ਦੇਖ ਕੇ ਕਹਿੰਦਾ, ਮਹਾਰਾਜ ਕਿੱਧਰ ਚਲੇ ਗਏ? ਕਹਿੰਦੇ ਜੀ ਅੰਮ੍ਰਿਤਸਰ ਚਲੇ ਗਏ। ਤਰਨ ਤਾਰਨ ਤੋਂ 8 ਕੋਹ ਅੰਮ੍ਰਿਤਸਰ ਹੈ। ਮਟਕੀ ਲਾਹੀ ਨਹੀਂ ਉੱਥੇ ਫਿਰ ਦਹੀਂ ਵਾਲੀ। ਤਰਨ ਤਾਰਨ ਤੋਂ ਪੱਗ ਡੰਡੀਆਂ ਹੁੰਦਾ ਹੋਇਆ ਅੰਮ੍ਰਿਤਸਰ ਪਹੁੰਚ ਗਿਆ। ਜਦੋਂ ਅੰਮ੍ਰਿਤਸਰ ਪਹੁੰਚਿਆ ਤੇ ਉੱਥੋਂ ਦੇ ਸਿੱਖਾਂ ਨੇ ਕਹਿ ਦਿੱਤਾ, ਕਹਿੰਦੇ ਗੁਰੂ ਸਾਹਿਬ ਜੀ ਮਹਾਰਾਜ ਤੇ ਤਰਨ ਤਾਰਨ ਚਲੇ ਗਏ। ਚਾਰ ਕੋਹ ਤੇ ਪੱਟੀ ਤੋਂ ਚੱਲ ਕੇ ਆਇਆ ਤਰਨ ਤਾਰਨ, ਤਰਨ ਤਾਰਨ ਤੋਂ 8 ਕੋਹ ਚੱਲ ਕੇ ਗਿਆ ਅੰਮ੍ਰਿਤਸਰ, ਤੇ ਹੁਣ ਉੱਥੋਂ 8 ਕੋਹ ਵਾਪਸ ਚੱਲ ਕੇ ਫਿਰ ਤਰਨ ਤਾਰਨ ਨੂੰ ਆਇਆ। ਨਾ ਕੁਛ ਖਾਧਾ, ਨਾ ਕੁਛ ਪੀਤਾ, ਨਾ ਰਸਤੇ ਦੇ ਵਿੱਚ ਰੁਕਿਆ, ਨਾ ਇਹਦੇ ਪੈਰ ਦੇ ਵਿੱਚ ਜੁੱਤੀ ਪਾਈ ਹੋਈ ਹੈ। ਸ਼ਾਮ ਦਾ ਟਾਈਮ ਹੋ ਗਿਆ ਤਰਨ ਤਾਰਨ ਆਉਂਦੇ ਨੂੰ, ਤੇ ਮਹਾਰਾਜ ਦਾ ਦੀਵਾਨ ਸਜਿਆ। ਦੀਵਾਨ ਸਜੇ ਦੇ ਵਿੱਚ ਮਹਾਰਾਜ ਬੈਠੇ, ਸੰਗਤਾਂ ਬੈਠੀਆਂ। ਮਟਕੀ ਦਹੀਂ ਵਾਲੀ ਧਰ ਕੇ ਮਹਾਰਾਜ ਦੇ ਚਰਨਾਂ ਦੇ ਵਿੱਚ ਅੱਖਾਂ ਦੇ ਵਿੱਚੋਂ ਅਥਰੂ ਘੇਰਨੇ ਸ਼ੁਰੂ ਕਰ ਦਿੱਤੇ ਲੰਗਾਹੇ ਚੌਧਰੀ ਨੇ। ਮਹਾਰਾਜ ਕਹਿਣ ਲੱਗੇ, ਕੀ ਗੱਲ ਹੋਈ? ਕੀ ਗੱਲ ਹੋ ਗਈ? ਕਹਿੰਦੇ ਮਹਾਰਾਜ ਮੈਥੋਂ ਬਹੁਤ ਵੱਡੀ ਭੁੱਲ ਹੋ ਗਈ। ਮਹਾਰਾਜ ਕਹਿੰਦੇ ਇਤੀ ਕੀ ਭੁੱਲ ਹੋ ਗਈ ਤੇਥੋਂ? ਕਹਿੰਦੇ ਮਹਾਰਾਜ ਮੈਂ ਤੁਹਾਨੂੰ ਕੱਲ੍ਹ ਪੁੱਛ ਕੇ ਨਹੀਂ ਗਿਆ ਕਿ ਤੁਸੀਂ ਮੈਨੂੰ ਕਿੱਥੇ ਮਿਲੋਗੇ, ਤੇ ਅੱਜ ਜਿਹੜਾ ਅੰਮ੍ਰਿਤ ਵੇਲੇ ਦਾ ਇਸ਼ਨਾਨ ਸੀ ਉਹ ਮੈਂ ਸੇਵਾ ਤੋਂ ਖੁੰਝ ਗਿਆ। ਲੰਗਾਹੇ ਚੌਧਰੀ ਨੇ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਨੂੰ ਕਿਹਾ ਸੀ, ਕਹਿੰਦੇ ਮੈਂ ਭੁੱਲ ਗਿਆ ਕਿ ਤੁਹਾਥੋਂ ਪੁੱਛਿਆ ਨਹੀਂ। ਤੇ ਜੇ ਕੋਈ ਹੋਰ ਹੁੰਦਾ ਉਹਨੇ ਕਹਿਣਾ ਸੀ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਨੂੰ ਕਿ ਤੁਸੀਂ ਮੈਨੂੰ ਕੱਲ੍ਹ ਕਿਉਂ ਨਹੀਂ ਦੱਸਿਆ ਵੀ ਅਸੀਂ ਕਿੱਥੇ ਮਿਲਾਂਗੇ।
मैं ਐਵੇਂ ਗੇੜੀਆਂ ਲਾਉਂਦਾ ਫਿਰਦਾ। ਪੁੱਛਣਾ ਸੀ ਨਾ ਫਿਰ ਉਹਨਾਂ ਨੇ ਮਹਾਰਾਜ ਨੂੰ। ਉਹਨਾਂ ਨੇ ਇਹ ਥੋੜ੍ਹੋ ਕਹਿਣਾ ਸੀਗਾ ਕਿ ਸਾਥੋਂ ਗਲਤੀ ਹੋਈ ਹੈ। ਨਹੀਂ ਨਹੀਂ, ਇਹ ਗੱਲ ਤਾਂ ਕਹਿਣੀ ਨਹੀਂ ਸਾਰੀ ਜ਼ਿੰਦਗੀ। ਬਸ ਇਹੀ ਕਹਿਣੀ ਹੈ, ਜੇ ਗਲਤੀ ਹੋਈ ਹੈ ਤਾਂ ਦੂਜੇ ਤੋਂ ਹੋਈ ਹੈ, ਜੇ ਚੰਗਾ ਕਰਮ ਕੀਤਾ ਤਾਂ ਉਹ ਮੈਂ ਕੀਤਾ। ਸਾਰੀ ਜ਼ਿੰਦਗੀ ਇਸੇ ਕਰਮਾਂ ਦੇ ਵਿੱਚ ਨਿਕਲਦੀ ਹੈ ਬੰਦੇ ਦੀ, ਸਾਰੀ ਜ਼ਿੰਦਗੀ। ਮਹਾਰਾਜ ਕਹਿੰਦੇ ਨੇ, ਦੱਦੈ ਦੋਸ਼ ਨਾ ਦੇਉ ਕਿਸੈ, ਦੋਸ਼ ਕਰਮਾਂ ਆਪਣਿਆ। ਇਹ ਬਾਣੀ ਪੜ੍ਹਨ ਵਾਲਿਆ, ਬਾਣੀ ਨੂੰ ਸੁਣਨ ਵਾਲਿਆ, ਬਾਣੀ ਦੇ ਨਾਲ ਜੁੜਨ ਵਾਲਿਆ, ਬਾਣੀ ਦੀਆਂ ਗੱਲਾਂ ਸੁਣ ਕੇ ਸਤਿਗੁਰਾਂ ਦੀ ਗੱਲਾਂ 'ਤੇ ਅਮਲ ਕਰਨ ਵਾਲਿਆ। ਲੈ ਸੁਣ, ਜ਼ਿੰਦਗੀ 'ਚ ਪੁਆਇੰਟ ਨੋਟ ਕਰ ਲਈ ਕਿ ਦੱਦੈ ਦੋਸ਼ ਨਾ ਦੇਉ ਕਿਸੈ, ਦੋਸ਼ ਕਰਮਾਂ ਆਪਣਿਆ। ਜੋ ਮੈਂ ਕੀਆ ਸੋ ਮੈਂ ਪਾਇਆ, ਦੋਸ਼ ਨਾ ਦੀਜੈ ਅਵਰ ਜਨਾ। ਮਹਾਰਾਜ ਦੇ ਬੋਲ ਨੇ। ਇਹ ਉਹਨਾਂ ਵਾਸਤੇ ਨੇ ਜਿਹੜੇ ਬਾਣੀ ਨੂੰ ਪੜ੍ਹਦੇ ਨੇ, ਬਾਣੀ ਨੂੰ ਸੁਣਦੇ ਨੇ, ਵਿਚਾਰਦੇ ਨੇ, ਬਾਣੀ ਦੇ ਨਾਲ ਜੁੜੇ ਹੋਏ ਨੇ। ਗੁਰੂ ਸਤਿਗੁਰੂ ਮਹਾਰਾਜ ਜੀ ਕਹਿੰਦੇ, ਕਦੇ ਕਿਸੇ ਨੂੰ ਭੁੱਲ ਕੇ ਦੂਜੇ ਨੂੰ ਦੋਸ਼ ਨਾ ਦੇਈ। ਜੋ ਮੈਂ ਕੀਆ ਸੋ ਮੈਂ ਪਾਇਆ, ਦੋਸ਼ ਨਾ ਦੀਜੈ ਅਵਰ ਜਨਾ। ਬਸ ਇੱਥੋਂ ਪਤਾ ਲੱਗਣਾ ਕਿ ਤੂੰ ਸਤਿਗੁਰਾਂ ਦੇ ਨਾਲ ਜੁੜਿਆ ਜਾਂ ਨਹੀਂ ਜੁੜਿਆ ਹੋਇਆ। ਜਿਸ ਦਿਨਾਂ ਸਮਾਂ ਤੈਨੂੰ ਇਹ ਲੱਗਦਾ ਹੋਵੇ ਕਿ ਦੂਜਾ ਗਲਤ ਹੈ, ਉਹਨਾਂ ਸਮਾਂ 'ਤੇ ਨਹੀਂ ਸਤਿਗੁਰਾਂ ਨਾਲ ਜੁੜਿਆ। ਜਿਸ ਦਿਨ ਤੈਨੂੰ ਇਸ ਗੱਲ ਦਾ ਪਤਾ ਲੱਗ ਗਿਆ ਕਿ ਮੈਂ ਗਲਤ ਹਾਂ, ਉਸੇ ਦਿਨ ਤੂੰ ਸਤਿਗੁਰਾਂ ਦੇ ਨਾਲ ਜੁੜੇਗਾ। ਦੱਦੈ ਦੋਸ਼ ਨਾ ਦੇਉ ਕਿਸੈ, ਦੋਸ਼ ਕਰਮਾਂ ਆਪਣਿਆ। ਜੋ ਮੈਂ ਕੀਆ ਸੋ ਮੈਂ ਪਾਇਆ, ਦੋਸ਼ ਨਾ ਦੀਜੈ ਅਵਰ ਜਨਾ। ਭੁੱਲ ਕੇ ਕਦੇ ਕਿਸੇ ਨੂੰ ਦੋਸ਼ੀ ਨਾ ਕਹੀਂ। ਤੇ ਮਨੁੱਖ ਦੀ ਤੇ ਜ਼ਿੰਦਗੀ ਦੀ ਫਿਦਰਤ ਬਣੀ ਹੋਈ ਹੈ ਤੇ ਕਹਿੰਦੇ ਦੂਜਿਆਂ ਨੂੰ ਦੋਸ਼ੀ ਹੈ। ਜਿੰਨੇ ਮਾੜੇ ਕਰਮ ਕਰਦੇ ਨੇ, ਕਹਿੰਦੇ ਸਾਰੀ ਦੁਨੀਆ ਬੜੇ ਮਾੜੇ ਕਰਮ ਕਰੀ ਜਾਂਦੀ ਹੈ, ਤੂੰ ਚੰਗੇ ਕਰਦਾ। ਆਪਣੇ ਆਪ ਨੂੰ ਕੌਣ ਕਹਿੰਦਾ ਹੈ? ਬੜੀ ਵੱਡੀ ਗੱਲ ਕਹੀ ਲੰਗਾਹੇ ਚੌਧਰੀ ਨੇ ਮਹਾਰਾਜ ਨੂੰ। ਕਹਿੰਦੇ, ਮਹਾਰਾਜ ਮੈਥੋਂ ਭੁੱਲ ਹੋ ਗਈ ਕਿ ਕੱਲ੍ਹ ਮੈਂ ਤੁਹਾਥੋਂ ਪੁੱਛ ਕੇ ਨਾ ਗਿਆ ਕਿ ਤੁਸੀਂ ਮੈਨੂੰ ਕਿੱਥੇ ਮਿਲੋਗੇ, ਅਤੇ ਅੱਜ ਦਾ ਜਿਹੜਾ ਨਿਤਨੇਮ ਦਾ ਸੀ ਇਸ਼ਨਾਨ, ਉਹ ਵਿਘਨ ਪੈ ਗਿਆ। ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਨੇ ਸੰਗਤਾਂ ਦੇ ਵਿੱਚੋਂ ਉੱਠ ਕੇ ਮਹਾਰਾਜ ਨੇ ਲੰਗਾਹੇ ਚੌਧਰੀ ਨੂੰ ਆਪਣੇ ਗਲ ਨਾਲ ਲਾ ਲਿਆ। ਲੈ ਲੰਗਾਹਿਆ, ਜੇ ਤੂੰ ਆਪਣੇ ਆਪ ਨੂੰ ਦੋਸ਼ੀ ਸਮਝਣਾ ਸ਼ੁਰੂ ਕਰ ਦਿੱਤਾ ਹੈ ਤੇ ਲੈ ਅੱਜ ਤੋਂ ਬਾਅਦ ਲੰਗਾਹਿਆ ਚੌਧਰੀਆ, ਕਹਿੰਦੇ ਤੈਨੂੰ ਮਟਕੇ ਸਿਰ 'ਤੇ ਚੁੱਕ ਕੇ ਅੰਮ੍ਰਿਤ ਵੇਲੇ ਤਰਨ ਤਾਰਨ ਆ ਕੇ ਅੱਜ ਤੋਂ ਬਾਅਦ ਇਸ਼ਨਾਨ ਨਹੀਂ ਕਰਾਉਣਾ ਪਊਗਾ। ਅੱਜ ਤੋਂ ਬਿਲਕੁਲ ਸੱਚਾ ਸੁੱਚਾ ਸਿੱਖ ਬਣ ਗਿਆ। ਹੁਣ ਨਿੱਤ ਤੇਰੇ ਘਰ ਦੇ ਵਿੱਚ ਅੰਮ੍ਰਿਤ ਵੇਲੇ ਅਸੀਂ ਇਸ਼ਨਾਨ ਕਰਨ ਵਾਸਤੇ ਖੁਦ ਆਇਆ ਕਰਾਂਗੇ। ਬੋਲੋ ਸਤਨਾਮ। ਤਰਨ ਤਾਰਨ ਤੋਂ ਮਹਾਰਾਜ ਫਿਰ ਪੱਟੀ ਜਾਂਦੇ ਰਹੇ ਨੇ। ਅੰਮ੍ਰਿਤ ਵੇਲੇ ਪੱਟੀ ਜਾ ਕੇ ਇਸ਼ਨਾਨ, 4 ਕੋਹ 'ਤੇ ਜਾ ਕੇ ਇਸ਼ਨਾਨ ਕਰਕੇ ਆਉਂਦੇ ਹੁੰਦੇ ਸੀ ਮਹਾਰਾਜ। 5ਵੇਂ ਪਾਤਸ਼ਾਹ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ। ਸਿੱਖੀ ਇਹ ਹੈ ਪਿਆਰ ਗੁਰੂ ਦਾ, ਇਹ ਪਿਆਰ ਹੈ ਸਿੱਖ ਦਾ ਗੁਰੂ ਦੇ ਨਾਲ। ਇੱਕ ਦਿਨ ਬੈਠਾ ਸੀ ਮਹਾਰਾਜ ਦੇ ਬਚਨ ਗੁਰੂ ਦੀ ਸੰਗਤ ਦੇ ਵਿੱਚ, ਜਲਾਲਦੀਨ ਆ ਗਿਆ ਮਹਾਰਾਜ ਕੋਲੇ। ਇਹ ਜਲਾਲਦੀਨ ਇਹ ਭਾਈ ਪਤੰਗ ਨੇ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਦੇ ਚਰਨਾਂ ਦੇ ਨਾਲ ਜੋੜਿਆ ਸੀ ਨੂੰ। ਤੇ ਆਉਂਦਾ ਜਾਂਦਾ ਇਹ ਜਦੋਂ ਵਪਾਰ ਕਰਦਾ ਸੀ ਨਾ, ਲਾਹੌਰ ਦੇ ਵਿੱਚ ਆਉਂਦਾ ਜਾਂਦਾ, ਇਹ ਮਹਾਰਾਜ ਦੇ ਕੋਲੇ ਰੁਕ ਕੇ ਜਾਂਦਾ ਹੁੰਦਾ ਸੀ। ਤੇ ਮਹਾਰਾਜ ਨੂੰ ਬੇਨਤੀ ਕੀਤੀ, ਮਹਾਰਾਜ ਕਹਿੰਦੇ ਮੇਰਾ ਘੋੜਿਆਂ ਦਾ ਵਪਾਰ ਬੜਾ ਵਧੀਆ ਚੱਲਿਆ ਤੁਹਾਡੀ ਕਿਰਪਾ ਨਾਲ, ਜੇ ਤੁਸੀਂ ਇੱਕ ਕਿਰਪਾ ਹੋਰ ਕਰਦੇ ਹੋ, ਘੋੜੇ ਮੈਂ ਬਹੁਤ ਲਿਆਉਣਾ ਤੇ ਬਹੁਤ ਅਗਾਹਾਂ ਵੇਚ ਦਿੰਦਾ, ਪਰ ਮਹਾਰਾਜ ਮੇਰੇ ਘਰੇ ਘੋੜੇ ਖੜਾਉਣ ਨੂੰ ਥਾਂ ਹੈ ਨਹੀਂ। ਜਲਾਲਦੀਨ ਕਹਿਣ ਲੱਗਿਆ। ਮਹਾਰਾਜ ਕਹਿੰਦੇ ਕੀ ਚਾਹੁੰਦਾ ਹੈ? ਕਹਿੰਦੇ ਮਹਾਰਾਜ ਤੁਹਾਡੇ ਕੋਲੇ ਪੱਟੀ ਦਾ ਚੌਧਰੀ ਬੈਠਾ ਲੰਗਾਹਾ,
ਇਹ ਚੌਧਰੀ ਕੋਲੇ 150-200 ਬਿੱਘਾ ਜ਼ਮੀਨ ਦਾ ਹੈ। ਮਹਾਰਾਜ ਕਿਰਪਾ ਕਰ ਦਿਓ ਕਿ ਇਹਨੂੰ ਇਹ ਤੋਂ ਜ਼ਮੀਨ ਦੀ ਆਗਿਆ ਲੈ ਦਿਓ ਕਿ ਮੈਂ ਆਪਣੇ ਘੋੜੇ ਇਹਦੀ ਜ਼ਮੀਨ ਦੇ ਵਿੱਚ ਖੜਾ ਦਿਆ ਕਰਾਂ। ਜ਼ਮੀਨ ਸਾਰੀ ਵਿਹਲੀ ਪਈ ਹੈ, ਖਾਲੀ ਪਈ ਹੈ ਜ਼ਮੀਨ, ਉਹਦੇ ਵਿੱਚ ਕੁਛ ਵੀ ਨਹੀਂ ਬੀਜਿਆ ਹੋਇਆ, ਤੇ ਮਹਾਰਾਜ ਆਗਿਆ ਲੈ ਦਿਓ। ਜਦੋਂ ਜਲਾਲਦੀਨ ਨੇ ਇਹ ਗੱਲ ਕਹੀ ਤੇ ਲੰਗਾਹਾ ਚੌਧਰੀ ਸੀ ਜਿਹੜਾ, ਇਹ ਖੜਾ ਹੋ ਗਿਆ। ਕਹਿੰਦਾ ਜਲਾਲਦੀਨ, ਤੂੰ ਤਾਂ ਕਈ ਬਿੱਘਿਆਂ ਦੀ ਗੱਲ ਕਰਦਾ ਕਿ ਮਹਾਰਾਜ ਤੈਨੂੰ ਬਿੱਘੇ ਦਵਾ ਦੇਣ। ਕਹਿੰਦੇ ਮੈਂ ਤੈਨੂੰ 1 ਇੰਚ ਵੀ ਜਗ੍ਹਾ ਨਹੀਂ ਦੇਵਾਂਗਾ ਆਪਣੀ ਜ਼ਮੀਨ ਦੇ ਵਿੱਚੋਂ। ਮਹਾਰਾਜ ਕਹਿਣ ਲੱਗੇ ਲੰਗਾਹਿਆ ਚੌਧਰੀਆ, ਦੇ ਦੇ ਥੋੜੀ ਮੋਟੀ ਜ਼ਮੀਨ, ਤੂੰ ਆਪਣਾ ਧਨ ਲੈ ਲਿਆ ਕਰੀ, ਇਹ ਤੋਂ ਖਰਚਾ ਲੈ ਲਿਆ ਕਰੀ ਜਿੰਨੀ ਕਿ ਤੇਰੀ ਜ਼ਮੀਨ ਰੋਕੇਗਾ। ਮਹਾਰਾਜ ਨੇ 1-2 ਵਚਨ ਕਹੇ, ਨਹੀਂ ਮੰਨਿਆ। ਮਹਾਰਾਜ ਕਹਿੰਦੇ ਜ਼ਮੀਨ ਕਿੰਨੀ ਕੁ ਹੈ? ਸਤਿਗੁਰਾਂ ਨੂੰ ਕਹਿਣ ਲੱਗਿਆ ਮਹਾਰਾਜ, ਕਹਿੰਦਾ 150 ਬਿੱਘਾ ਜ਼ਮੀਨ ਦਾ, ਲੰਮੀ ਜ਼ਮੀਨ ਹੈ, ਇੱਕੋ ਟੱਕ ਹੈ। ਮਹਾਰਾਜ ਕਹਿਣ ਲੱਗੇ ਫਿਰ 1 ਟੱਕ ਦੇ ਵਿੱਚੋਂ ਥੋੜੀ ਮੋਟੀ ਦੇ ਦੇ, ਘੋੜੇ ਖੜਾਉਣੇ ਨੇ, ਤੇਰੀ ਜ਼ਮੀਨ ਨੱਪਦਾ ਨਹੀਂ ਹੈ, ਅਸੀਂ ਜ਼ਿੰਮੇਵਾਰ ਹਾਂ। ਜਦੋਂ ਮਹਾਰਾਜ ਨੇ ਵਚਨ ਕਹੇ, ਕਹਿਣ ਲੱਗਿਆ ਮਹਾਰਾਜ 1 ਵਾਰੀ ਕਹੋ ਚਾਹੇ 2 ਵਾਰੀ, 2 ਵਾਰੀ ਕਹੋ ਚਾਹੇ 4 ਵਾਰੀ, ਕਹਿੰਦੇ ਮੈਂ 1 ਇੰਚ ਵੀ ਜ਼ਮੀਨ ਨਹੀਂ ਦੇਊਂਗਾ। ਜਵਾਬ ਦੇਤਾ ਮਹਾਰਾਜ ਨੂੰ। ਜਦੋਂ ਦਿੱਤਾ ਨਾ ਜਵਾਬ, ਫਿਰ ਮਹਾਰਾਜ ਦੇ ਬਚਨ ਨਿਕਲ ਗਿਆ ਜ਼ਬਾਨ ਦੇ ਵਿੱਚੋਂ। ਕਹਿੰਦੇ ਚੌਧਰੀਆ, ਐ ਲੰਗਾਹਿਆ ਚੌਧਰੀਆ, ਇੰਨੀ ਜ਼ਮੀਨ ਤੇ ਆਪਣਾ ਕਬਜ਼ਾ ਕਰੀ ਬੈਠਾ, ਕਿਸੇ ਨੂੰ ਇੰਚ ਦੇਣ ਵਾਸਤੇ ਤਿਆਰ ਨਹੀਂ, ਪਰ ਚੇਤੇ ਰੱਖੀ ਕਹਿੰਦੇ ਤੇਰੀ ਐਡੀ ਵੱਡੀ ਜ਼ਮੀਨ ਦੇ ਵਿੱਚ ਤੇਰਾ ਸਿਵਾ ਵੀ ਨਹੀਂ ਬਣਨਾ। ਮਹਾਰਾਜ ਨੇ ਬਚਨ ਕੀਤਾ। ਫਿਰ ਇਹਨੇ ਸੇਵਾ ਕਰਨੀ ਨਹੀਂ ਛੱਡੀ। ਜਦੋਂ ਮਹਾਰਾਜ ਦਾ ਇਹ ਬਚਨ ਹੋ ਗਿਆ ਨਾ ਕਿ ਤੇਰਾ ਸਿਵਾ ਵੀ ਨਸੀਬ ਨਹੀਂ ਹੋਣਾ ਇਸ ਜ਼ਮੀਨ ਦੇ ਵਿੱਚ, ਐਡੀ ਵੱਡੀ ਜ਼ਮੀਨ ਦੇ ਵਿੱਚ, ਮਹਾਰਾਜ ਦੇ ਬਚਨ ਸੀ। ਪਹਿਲਾਂ ਮਹਾਰਾਜ ਨੇ ਬਚਨ ਨਾਲ ਲਾਇਆ ਸੀ, ਛਾਤੀ ਦੇ ਨਾਲ ਲਾਇਆ ਸੀ ਜਦੋਂ ਇਹਨੇ ਮਹਾਰਾਜ ਦਾ ਹੁਕਮ ਮੰਨਿਆ। ਅੱਜ ਹੁਕਮ ਨਹੀਂ ਮੰਨਿਆ, ਅੱਜ ਮਹਾਰਾਜ ਨੇ ਬਚਨ ਕਰ ਦਿੱਤਾ, ਫਿਰ ਵੀ ਇਹਨੇ ਸੇਵਾ ਕਰਨੀ ਮਹਾਰਾਜ ਦੀ ਛੱਡੀ ਨਹੀਂ। ਜਦੋਂ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਇਹਨਾਂ ਨੂੰ ਗ੍ਰਿਫਤਾਰ ਕਰਕੇ ਲਾਹੌਰ ਲੈ ਕੇ ਗਏ ਨੇ, ਉਦੋਂ ਲੰਗਾਹਾ ਚੌਧਰੀ ਨੇ ਨਾਲ ਗ੍ਰਿਫਤਾਰੀ ਦਿੱਤੀ ਸੀ, ਮਹਾਰਾਜ ਦੇ ਨਾਲ ਗਿਆ ਸੀ ਮਹਾਰਾਜ ਦੇ। ਉਦੋਂ ਸੇਵਾ ਕਰਨੀ ਨਹੀਂ ਛੱਡੀ। ਪਰ ਫਿਰ ਵੀ ਜਿਹੜਾ ਗੁਰੂ ਦਾ ਬਚਨ ਸੀ, ਇਹ ਗੁਰੂ ਦਾ ਬਚਨ ਜਿਹੜਾ ਹੈ, ਗੁਰੂ ਦਾ ਬਚਨ ਟਲਦਾ ਨਹੀਂ ਹੈ ਜਿਹੜਾ ਗੁਰੂ ਨੇ ਕੀਤਾ। ਬੜੀ ਸੇਵਾ ਕਰਦਾ ਰਿਹਾ। ਲਾਹੌਰ ਤੋਂ ਫਿਰ ਇਹ ਛੁੱਟ ਕੇ ਆ ਗਿਆ ਆਪਣੇ ਘਰ ਵਿੱਚ। ਘੋੜੀ ਤੇ ਚੜਿਆ ਕਰੇ, ਘੋੜੀ ਤੇ ਚੜ੍ਹ ਕੇ ਤੇ ਆਪਣੇ ਸਾਰੀ ਜ਼ਮੀਨ ਜਾਇਦਾਦ ਦੇ ਵਿੱਚ ਗੇੜੀ ਮਾਰ ਕੇ ਆਇਆ ਕਰੇ, ਖੁਸ਼ ਹੋਇਆ ਕਰੇ ਕਿ ਮੇਰੀ ਜ਼ਮੀਨ ਹੈ। ਬੁੱਢਾ ਹੋ ਗਿਆ। ਬੁੱਢੇ ਹੋਏ ਚੌਧਰੀ ਨੇ ਅੱਜ ਗੁਰੂ ਸਾਹਿਬ ਜੀ ਮਹਾਰਾਜ ਦੇ ਬਚਨ ਸੀ ਜਿਹੜੇ ਉਹ ਪੂਰੇ ਹੋਣੇ ਸ਼ੁਰੂ ਹੋ ਗਏ ਨੇ। ਬਿਮਾਰ ਹੋਇਆ। ਬਿਮਾਰ ਹੋ ਕੇ ਹੌਲੀ ਹੌਲੀ ਇਹ ਲੰਗਾਹਾ ਚੌਧਰੀ ਦਿਮਾਗੀ ਮੈਂਟਲ ਹੋ ਗਿਆ, ਪਾਗਲ ਹੋ ਗਿਆ। ਤੇ ਪਾਗਲ ਹੋ ਕੇ ਜਿੰਨੀ ਇਹਦੀ ਅੱਧੀ ਰਾਤ ਨੂੰ ਨਿਕਲਿਆ ਆਪਣੇ ਘਰੋਂ, ਅੱਧੀ ਰਾਤ ਨੂੰ ਨਿਕਲ ਕੇ ਇਹ ਸਾਰਾ ਅੰਮ੍ਰਿਤਸਰ ਤੇ ਤਰਨਤਾਰਨ ਟੱਪ ਕੇ ਬਿਆਸ ਦੇ ਕੰਢੇ ਤੇ ਆਪਣੀ ਜ਼ਮੀਨ ਤੋਂ ਦੂਰ ਜਾ ਨਿਕਲਿਆ ਕਿਤੇ, ਕਿਉਂਕਿ ਜ਼ਮੀਨ ਦਾ ਵੱਡੇ ਵੱਡੇ ਟੱਕ ਹੁੰਦੇ ਸੀ ਉਹਨਾਂ ਟਾਈਮਾਂ ਦੇ ਵਿੱਚ ਚੌਧਰੀਆਂ ਦੇ ਕੋਲੇ, ਵੱਡੇ ਵੱਡੇ ਟੱਕ ਹੁੰਦੇ ਸੀ। ਪਾਗਲ ਹੋਇਆ ਰਾਤ ਨੂੰ ਘਰੋਂ ਨਿਕਲ ਗਿਆ ਤੇ ਆਪਣੇ ਏਰੀਏ ਤੋਂ ਬਾਹਰ ਚਲਿਆ ਗਿਆ। ਤੇ ਜਿੱਥੇ ਬਿਆਸ ਹੈ, ਬਿਆਸ ਦੇ ਕੋਲੇ ਢਿੱਲਵਾਂ ਪਿੰਡ ਹੈ, ਆਪ ਜੀ ਕਦੇ ਗਏ ਹੋ, ਤੇ ਢਿੱਲਵਾਂ ਕਲਾਂ ਪਿੰਡ ਦੇ ਵਿੱਚ ਜਾ ਕੇ ਇਹ ਅੱਧੇ ਰਾਤ ਨੂੰ ਸੀ ਜਿਹੜਾ ਪਾਗਲ ਹੋਇਆ ਮਨੁੱਖ ਸੀ ਜਿਹੜਾ ਰਾਤ ਨੂੰ ਉੱਥੇ ਚੜ੍ਹਾਈ ਕਰ ਗਿਆ।
ਜਦੋਂ ਰਾਤ ਨੂੰ ਚੜ੍ਹਾਈ ਕਰ ਗਿਆ ਤੇ ਉਹਨਾਂ ਨੇ ਦਿਨ ਚੜ੍ਹਿਆ ਤੇ ਲਾਸ਼ ਨੂੰ ਦੇਖਿਆ। ਉੱਥੋਂ ਦੇ ਲੋਕਾਂ ਨੇ ਦੇਖ ਕੇ ਕਹਿਣ ਲੱਗੇ ਤਾਂ ਪੱਟੀ ਦਾ ਚੌਧਰੀ ਹੈ। ਤੇ ਉਹਨਾਂ ਸਮਿਆਂ ਦੇ ਵਿੱਚ ਇੱਕ ਮਾਲ ਮਹਿਕਮੇ ਦਾ ਕਾਨੂੰਨ ਹੁੰਦਾ ਸੀ। ਉਹਨਾਂ ਸਮਿਆਂ ਦੇ ਵਿੱਚ ਇਹ ਕਾਨੂੰਨ ਅੱਜ ਵੀ ਹੈਗਾ, ਹੁਣ ਵੀ ਇਸ ਵਕਤ ਕਾਨੂੰਨ ਇਹ ਚੱਲ ਰਿਹਾ ਹੈ। ਇਹ ਉਹਨਾਂ ਸਮਿਆਂ ਦੇ ਵਿੱਚ ਮਾਲ ਮਹਿਕਮੇ ਦਾ ਕਾਨੂੰਨ ਹੁੰਦਾ ਸੀ ਕਿ ਜਿੱਥੇ ਕਿਸੇ ਦਾ ਸੰਸਕਾਰ ਹੋ ਜੇ ਉਹ ਸਾਰੀ ਦੀ ਸਾਰੀ ਜ਼ਮੀਨ ਉਹਦੇ ਵਾਰਸਾਂ ਦੀ ਬਣ ਜਾਂਦੀ ਸੀ। ਕਾਨੂੰਨ ਇਹ ਅੱਜ ਵੀ ਹੈਗਾ। ਜਿੱਥੇ ਕਿਸੇ ਦਾ ਸੰਸਕਾਰ ਹੋਵੇ ਉੱਥੋਂ ਦੀ ਜਿਹੜੀ ਨੇੜੇ ਤੇੜੇ ਦੀ ਜ਼ਮੀਨ ਆ ਉਹ ਸਾਰੀ ਦੀ ਸਾਰੀ ਉਹਦੇ ਵਾਰਸਾਂ ਦੀ ਬਣ ਜਾਂਦੀ ਹੈ। ਉਹਨਾਂ ਸਮਿਆਂ ਦੇ ਵਿੱਚ ਸੀ ਜਿਹੜਾ ਇਹ ਸ਼ਮਸ਼ਾਨ ਘਾਟ ਜਾਂ ਮੁਰਦਾ ਘਾਟ ਜਿਹੜੇ ਹੁੰਦੇ ਸੀ ਉਹਨਾਂ ਟਾਈਮਾਂ ਦੇ ਵਿੱਚ ਨਹੀਂ ਬਣਾਏ। ਹੁਣ ਤਾਂ ਨਗਰ ਖੇੜਿਆਂ ਦੇ ਵਿੱਚ ਇਹ ਸਪੈਸ਼ਲ ਜਗ੍ਹਾ ਬਣੀ ਹੁੰਦੀ ਹੈ। ਉਹਨਾਂ ਸਮਿਆਂ ਦੇ ਵਿੱਚ ਨਹੀਂ ਸੀ। ਉਹਨਾਂ ਸਮਿਆਂ ਦੇ ਵਿੱਚ ਕੀ ਹੁੰਦਾ ਸੀਗਾ ਕਿ ਉਹਨਾਂ ਸਮਿਆਂ ਦੇ ਵਿੱਚ ਜਿੱਥੇ ਕਿਸੇ ਦੀ ਜ਼ਮੀਨ ਹੁੰਦੀ ਤੇ ਉਹ ਜ਼ਮੀਨ ਦੇ ਵਿੱਚ ਹੀ ਦਫਨਾ ਦਿੰਦੇ ਹੁੰਦੇ ਸੀ। ਜ਼ਮੀਨ ਦੇ ਵਿੱਚ ਹੀ ਸੰਸਕਾਰ ਕੀਤਾ ਜਾਂਦਾ ਸੀ ਬੰਦਿਆਂ ਦਾ। ਹਰ ਇੱਕ ਜਗ੍ਹਾ ਤੇ ਇੰਝ ਹੀ ਸੰਸਕਾਰ ਕੀਤਾ ਜਾਂਦਾ ਹੁੰਦਾ ਸੀ। ਉਹਨਾਂ ਸਮਿਆਂ ਦੇ ਵਿੱਚ ਕੋਈ ਸਪੈਸ਼ਲ ਜਗ੍ਹਾ ਨਹੀਂ ਬਣੀ ਹੁੰਦੀ ਸੀ। ਗੁਰਬਾਣੀ ਨੇ ਇਹ ਗੱਲ ਸਿੱਧ ਕੀਤੀ ਹੈ। ਗੁਰਮੁਖਾ, ਜਿਸ ਆਸਨ ਹਮ ਬੈਠੇ ਕੇਤੇ ਬੈਸ ਗਿਆ, ਗੁਰਬਾਣੀ ਨੇ ਇਸੇ ਨੂੰ ਕਿਹਾ ਸੀ। ਆ ਜਿਹੜੀ ਜਗ੍ਹਾ ਤੇ ਤੂੰ ਬੈਠਾ ਹੈ, ਜਿਹੜੀ ਜਗ੍ਹਾ ਤੇ ਤੂੰ ਖੜਾ ਹੈ, ਜਿਹੜੀ ਜਗ੍ਹਾ ਤੇ ਤੁਰਦਾ ਹੈ, ਇਹ ਤੇਰੇ ਦੋ ਪੈਰਾਂ ਦੇ ਥੱਲੇ ਕਮ ਸੇ ਕਮ 15 ਤੋਂ 20 ਬੰਦਿਆਂ ਦੀਆਂ ਲਾਸ਼ਾਂ ਨੱਪੀਆਂ ਹੋਈਆਂ ਨੇ। ਐਨੀ ਦੁਨੀਆ ਹੋ ਕੇ ਚਲੀ ਗਈ ਹੈ। ਜਿਸ ਆਸਨ ਹਮ ਬੈਠੇ ਕੇਤੇ ਬੈਸ ਗਿਆ, ਕਿੰਨੇ ਕੁ ਬੈਠ ਕੇ ਕਿੰਨੇ ਕੁ ਚਲੇ ਗਏ ਇੱਥੋਂ ਹੋ ਕੇ, ਬੜੇ ਹੋ ਕੇ ਚਲੇ ਗਏ ਨੇ ਇੱਥੋਂ। ਤੇ ਚਲਿਆ ਤੇ ਉਹਨਾਂ ਸਮਿਆਂ ਦੇ ਵਿੱਚ ਮਾਲ ਮਹਿਕਮੇ ਦਾ ਇੱਕ ਕਾਨੂੰਨ ਹੁੰਦਾ ਸੀ ਕਿ ਜਿੱਥੇ ਸੰਸਕਾਰ ਹੁੰਦਾ ਉਹਦੀ ਨੇੜੇ ਤੇੜੇ ਦੀ ਜਿਹੜੀ ਜ਼ਮੀਨ ਸੀ ਉਹ ਵਾਰਸਾਂ ਦੀ ਬਣ ਜਾਂਦੀ ਹੁੰਦੀ ਸੀ। ਉਹਨਾਂ ਨੇ ਸੋਚਿਆ, ਉਹਨਾਂ ਨੂੰ ਪਤਾ ਲੱਗ ਗਿਆ, ਕਹਿੰਦੇ ਪੱਟੀ ਦਾ ਚੌਧਰੀ ਹੈ। ਤੇ ਉਹਨਾਂ ਨੇ ਸੋਚਿਆ, ਕਹਿੰਦੇ ਜੇ ਕਿਸੇ ਨੂੰ ਪਤਾ ਲੱਗ ਗਿਆ ਨਾ ਕਿ ਪੱਟੀ ਦਾ ਚੌਧਰੀ ਇੱਥੇ ਆ ਕੇ ਮਰਿਆ ਸੀ, ਕਿ ਜਿੱਥੇ ਇਹ ਮਰਿਆ ਆਪਣੇ ਢਿੱਲਵਾਂ ਦੇ ਸਾਰੀ ਦੀ ਸਾਰੀ ਜ਼ਮੀਨ ਇਹਨਾਂ ਦੇ ਵਾਰਸਾਂ ਨੂੰ ਚਲੀ ਜਾਣੀ ਹੈ। ਤੇ ਉੱਤੋਂ ਇਹਦੇ ਵਾਰਸ ਨੇ ਜਿਹੜੇ ਉਹ ਹੈ ਚੌਧਰੀ ਘਰਾਣਿਆਂ ਦੇ ਨੇ, ਉਹਨਾਂ ਨੇ ਤੇ ਸਾਰੇ ਦਾ ਸਾਰਾ ਪਿੰਡ ਹੀ ਖੋਹ ਲੈਣਾ। ਜ਼ਮੀਨ ਜਾਇਦਾਦ ਤੇ ਇਹਨਾਂ ਕੋਲੇ ਅੱਗੇ ਚੰਗੀ ਚੋਖੀ ਹੈ। ਜੇ ਉਹਨਾਂ ਨੂੰ ਪਤਾ ਲੱਗ ਗਿਆ, ਉਹਨਾਂ ਨੇ ਸਾਰੇ ਦਾ ਸਾਰਾ ਪਿੰਡ ਥੇ ਕਰਕੇ ਆਪਣੀ ਸਾਰੀ ਜ਼ਮੀਨ ਖੋਹ ਲੈਣੀ ਹੈ। ਪੱਟੀ ਦੇ ਚੌਧਰੀਆਂ ਨੇ ਆ ਕੇ ਉਹਨਾਂ ਨੇ ਰਾਤੋਂ ਰਾਤ ਚੱਕਿਆ, ਦਿਨੇ ਉਹਨਾਂ ਨੇ ਚੁੱਕਿਆ ਤੇ ਚੁੱਕ ਕੇ ਬਿਆਸ ਦੇ ਵਿੱਚ ਸੁੱਟਿਆ। ਆਪਣੇ ਪਿੰਡ ਦੀ ਜੂਹ ਟਪਾ ਕੇ ਬਿਆਸ ਦੇ ਵਿੱਚ ਸੁੱਟਿਆ। ਜਦੋਂ ਲੱਗਿਆ ਬਿਆਸ ਵਾਲਿਆਂ ਨੂੰ ਪਤਾ, ਉਹਨਾਂ ਨੇ ਦੇਖਿਆ ਕਿ ਪੱਟੀ ਦਾ ਚੌਧਰੀ ਇੱਥੇ ਮਰਿਆ ਪਿਆ ਤੇ ਉਹਨਾਂ ਨੇ ਵੀ ਇਹੀ ਗੱਲ ਸੋਚੀ, ਕਹਿੰਦੇ ਜੇ ਇਹਦੇ ਵਾਰਸਾਂ ਨੂੰ ਪਤਾ ਲੱਗ ਗਿਆ ਕਿ ਇੱਥੇ ਬਿਆਸ ਆ ਕੇ ਮਰਿਆ ਹੈ ਤੇ ਇਹਦੇ ਵਾਰਸਾਂ ਨੇ, ਉਹ ਪੱਟੀ ਦੇ ਚੌਧਰੀ ਨੇ ਤਕੜੇ ਘਰਾਣਿਆਂ ਦੇ ਨਾਲ ਸੰਬੰਧ ਨੇ, ਉਹਨਾਂ ਨੇ ਆ ਕੇ ਸਾਰੀ ਦੀ ਸਾਰੀ ਜ਼ਮੀਨ ਸਾਡੀ ਰੋਕ ਲੈਣੀ ਹੈ। ਮਾਲ ਮਹਿਕਮੇ ਦਾ ਕਾਨੂੰਨ ਸੀਗਾ, ਸਰਕਾਰੀ ਕਾਨੂੰਨ ਸੀ, ਕਿਹਨੇ ਰੋਕਣਾ ਸੀਗਾ ਉਹਨੂੰ? ਉਤੋਂ ਚੌਧਰੀ ਸੀ ਇਹ। ਉਹਨਾਂ ਨੇ ਇਹ ਸੋਚ ਕੇ ਬਿਆਸ ਵਾਲਿਆਂ ਨੇ ਰਾਤ ਨੂੰ ਲਾਸ਼ ਚੁੱਕੀ ਤੇ ਉਹਨਾਂ ਨੇ ਢਿਲਵਾਂ ਕਲਾਂ ਲੈ ਕੇ ਫੇਰ ਸਿੱਟਤੀ। ਫੇਰ ਸਿੱਟਤੀ ਉਹਨਾਂ ਨੇ ਆ ਕੇ। ਇਹ ਗੁਰੂ ਤੋਂ ਬੇਮੁਖ ਬੰਦਿਆਂ ਦੀਆਂ ਗੱਲਾਂ ਨੇ, ਜਿਹੜੇ ਗੁਰੂ ਦੇ ਬਚਨ ਤੋਂ ਖਿਸਕ ਜਾਂਦੇ ਨੇ। ਜਿਹੜੇ ਗੁਰੂ ਦਾ ਬਚਨ ਨਹੀਂ ਮੰਨਦੇ ਉਹਨਾਂ ਦੀ ਗੱਲ ਹੈ। ਢਿੱਲਵਾਂ ਵਾਲਿਆਂ ਨੇ ਬਿਆਸ ਸੁੱਟੀ, ਬਿਆਸ ਵਾਲਿਆਂ ਨੇ ਲਾਸ਼ ਚੁੱਕ ਕੇ ਫੇਰ ਢਿੱਲਵਾਂ ਸੁੱਟ ਦਿੱਤੀ। ਦਿਨ ਚੜਿਆ, ਢਿੱਲਵਾਂ ਦੇ ਲੋਕ, ਬਿਆਸ ਦੇ ਲੋਕ ਇਕੱਠੇ ਹੋਏ, ਮਸ਼ਵਰਾ ਕੀਤਾ। ਢਿੱਲਵਾਂ ਵਾਲੇ ਕਹਿੰਦੇ ਜੇ ਸਾਡਾ ਇਹਨਾਂ ਨੂੰ ਪਤਾ ਲੱਗ ਗਿਆ ਕਿ ਢਿੱਲਵਾਂ ਆ ਕੇ ਮਰਿਆ, ਸਾਡੀ ਜ਼ਮੀਨ ਜਾਇਦਾਦ ਘਰ-ਬਾਰ ਜਾਂਦੇ ਨੇ,
ਬਿਆਸ ਵਾਲੇ ਕਹਿੰਦੇ ਸਾਡਾ ਘਰ-ਬਾਰ ਜਾਂਦਾ ਹੈ, ਸਾਡੀ ਜ਼ਮੀਨ ਜਾਇਦਾਦ ਜਾਂਦੀ ਹੈ। ਕਹਿੰਦੇ ਫਿਰ ਹੁਣ ਕਰੀਏ ਕੀ? ਇਹਨਾਂ ਸਾਰੇ ਦੋਨਾਂ ਨਗਰਾਂ ਦੇ ਲੋਕਾਂ ਨੇ ਸੋਚ ਲਿਆ, ਕਹਿੰਦੇ ਹੁਣ ਇੰਜ ਕਰੋ, ਇਹਦਾ ਕੁਛ ਨਾ ਕਰੋ, ਕਿਸੇ ਨੂੰ ਦੱਸੋ ਨਾ, ਕਿਸੇ ਨੂੰ ਬਿਨਾਂ ਦੱਸੇ ਤੋਂ ਕਹਿੰਦੇ ਲੱਕੜੀਆਂ ਲਵਾ ਕੇ ਇਹਦਾ ਬਿਆਸ ਦੇ ਕੰਢੇ ਤੇ ਸੰਸਕਾਰ ਕਰ ਦਿਓ, ਦੱਸਿਓ ਨਾ ਕਿਸੇ ਨੂੰ। ਜੇ ਪਤਾ ਲੱਗਿਆ ਤੇ ਘਰ ਮਕਾਨ ਇਹ ਜ਼ਮੀਨਾਂ ਜਾਇਦਾਦਾਂ ਸਭ ਦੀਆਂ ਸਭ ਚਲੀਆਂ ਜਾਣੀਆਂ ਆਪਣੀਆਂ। ਸਰਕਾਰੀ ਕਾਨੂੰਨ ਹੈ, ਉਤੋਂ ਚੌਧਰੀ ਨੇ ਰਾਤੋਂ ਰਾਤ ਲੱਕੜੀਆਂ ਇਕੱਠੀਆਂ ਕੀਤੀਆਂ ਕਰਕੇ ਇਹਨਾਂ ਦੋਨਾਂ ਪਿੰਡਾਂ ਦੇ ਲੋਕਾਂ ਨੇ ਬਿਆਸ ਦੇ ਕੰਢੇ ਤੇ ਲੰਗਾਹੇ ਚੌਧਰੀ ਦੀ ਦੇਹ ਦਾ ਸੰਸਕਾਰ ਕਰਤਾ। ਇਹਦੀਆਂ ਹੱਡੀਆਂ ਵੀ ਆਪਣੀ ਜ਼ਮੀਨ ਦੇ ਵਿੱਚ ਵਾਪਸ ਨਹੀਂ ਮੁੜੀਆਂ ਸੀ। ਇਹਨੇ ਗੁਰੂ ਦੇ ਬਚਨ, ਇੱਕ ਪਾਸੇ ਗੁਰੂ ਬਚਨ ਕਰਦੇ ਨੇ ਛਾਤੀ ਨਾਲ ਲਾ ਕੇ ਕਿ ਤੂੰ ਅੱਜ ਤੋਂ ਬਾਅਦ ਮਟਕੀ ਲੈ ਕੇ ਨਾ ਆਵੀਂ, 4 ਕੋਹ ਤੇ ਚੱਲ ਕੇ ਅਸੀਂ ਤੇਰੇ ਘਰੇ ਆ ਕੇ ਇਸ਼ਨਾਨ ਕਰਿਆ ਕਰਾਂਗੇ। ਜਦੋਂ ਗੁਰੂ ਦੇ ਬਚਨ ਨੂੰ ਮੰਨਿਆ, ਪਰ ਜਦੋਂ ਗੁਰੂ ਦੇ ਬਚਨ ਨੂੰ ਨਾ ਮੰਨਿਆ ਤੇ ਫਿਰ ਇਹਦੀਆਂ ਹੱਡੀਆਂ ਸੀ ਜਿਹੜੀਆਂ ਉਹ ਵੀ ਇਹਦੀ ਜ਼ਮੀਨ ਤੱਕ ਨਹੀਂ ਪਹੁੰਚੀਆਂ, ਕਿਉਂਕਿ ਗੁਰੂ ਨੇ ਬਚਨ ਕੀਤਾ ਸੀ ਕਿ ਜਿੰਨੀ ਇਹ ਤੂੰ ਜ਼ਮੀਨ ਬਣਾਈ ਹੈ, ਬਣਾ ਰਿਹਾ ਤੇਰਾ ਸੇਵਾ ਨਹੀਂ ਕਦੇ ਇਸ ਜਗ੍ਹਾ ਤੇ। ਪੁਰਾਣੇ ਜ਼ਮਾਨਿਆਂ ਦੇ ਵਿੱਚ ਕੀ ਹੁੰਦਾ ਸੀ? ਬਜ਼ੁਰਗਾਂ ਦਾ ਸੰਸਕਾਰ ਕਰਦੇ, ਮਿੱਟੀ ਸਮੇਟਦੇ, ਜਿਹੜੀ ਜਗ੍ਹਾ ਤੇ ਬਜ਼ੁਰਗਾਂ ਦਾ ਸੰਸਕਾਰ ਕਰਦੇ ਸੀ ਉਸੇ ਜਗ੍ਹਾ ਤੇ ਉਹਨਾਂ ਦੀ ਜਗ੍ਹਾ ਬਣ ਜਾਂਦੀ ਹੁੰਦੀ ਸੀ, ਜਗ੍ਹਾ ਬਣ ਜਾਂਦੀ ਹੁੰਦੀ ਸੀ। ਸੇਵਾ ਸਮੇਟਿਆ, ਉਸੇ ਜਗ੍ਹਾ ਤੇ ਉਹਨਾਂ ਦੀ ਜਗ੍ਹਾ ਬਣ ਜਾਂਦੀ ਹੁੰਦੀ ਸੀ ਤੇ ਜਗ੍ਹਾ ਬਣਾ ਕੇ ਫਿਰ ਉਹਨਾਂ ਦੇ ਮਰਨ ਤੋਂ ਬਾਅਦ ਵੀ ਸੀ ਜਿਹੜੀ ਉਹ ਪੂਜਾ ਕੀਤੀ ਜਾਂਦੀ ਸੀ। ਮਰਨ ਤੋਂ ਬਾਅਦ ਕਿ ਇੱਥੇ ਸਾਡੇ ਬਜ਼ੁਰਗ ਨੇ ਜਿਹੜੇ, ਉਹਨਾਂ ਦਾ ਦਾਹ ਸੰਸਕਾਰ ਕੀਤਾ ਸੀ। ਦੁਨੀਆ ਦਿਨੋਂ ਦਿਨ ਕਹਿੰਦੀ ਅਸੀਂ ਸਿਆਣੇ ਹੋ ਗਏ। ਬਜ਼ੁਰਗਾਂ ਦਾ ਦਾਹ ਸੰਸਕਾਰ ਕਿਸੇ ਜਗ੍ਹਾ ਤੇ ਹੋਰ ਕਰਦੇ ਨੇ ਤੇ ਕਿਸੇ ਜਗ੍ਹਾ ਤੇ ਹੋਰ 4 ਲੱਕੜ ਇੱਟਾਂ ਧਰ ਕੇ ਕਹੀ ਜਾਂਦੇ ਨੇ ਸਾਡੇ ਬਜ਼ੁਰਗ ਦੀ ਪੂਜਾ ਕਰਦੇ ਹਾਂ ਅਸੀਂ। ਇਹ ਪੁਰਾਣੇ ਜ਼ਮਾਨਿਆਂ ਦੇ ਮਨੁੱਖਾਂ ਦੇ ਨਾਲੋਂ ਅੱਜ ਦੇ ਲੋਕ ਸਿਆਣੇ ਹੋ ਗਏ ਕਿ ਪਾਗਲ ਹੋ ਗਏ? ਉਹਨਾਂ ਟਾਈਮਾਂ ਦੇ ਵਿੱਚ ਬਜ਼ੁਰਗ ਦਾ ਸੰਸਕਾਰ ਜ਼ਮੀਨ ਦੇ ਵਿੱਚ ਹੁੰਦਾ ਸੀਗਾ, ਬਾਦੀਆਂ ਦੇ ਵਿੱਚ ਹੁੰਦਾ ਸੀ ਤੇ ਹੁਣ ਜਗ੍ਹਾ ਬਣੀ ਹੋਈ ਹੈ। ਸੰਸਕਾਰ ਕਿਸੇ ਜਗ੍ਹਾ ਤੇ ਹੋਰ ਹੁੰਦਾ ਹੈ, ਇਹ 4 ਇੱਟਾਂ ਕਿਸੇ ਜਗ੍ਹਾ ਤੇ ਹੋਰ ਧਰੀ ਬੈਠੇ ਨੇ, ਕਹਿੰਦੇ ਅਸੀਂ ਬਾਬਿਆਂ ਦੀ ਪੂਜਾ ਕਰਦੇ ਹਾਂ। ਇਹ ਹੁਣ ਬਾਬਿਆਂ ਦੀ ਪੂਜਾ, ਬਾਬਾ ਤੁਹਾਡਾ ਗਿਆ ਕਿੱਥੇ ਹੈ ਤੇ ਪੂਜਾ ਉਹਦੀ ਕਿੱਥੇ ਕਰੀ ਜਾਂਦੇ ਹੋ? ਗੁਰਬਾਣੀ ਨੇ ਇਹ ਗੱਲ ਸਿੱਧ ਕੀਤੀ ਹੈ। ਮਹਾਰਾਜ ਕਹਿੰਦੇ ਦੁਬਦਾ ਨਾ ਪੜੋ ਹਰ ਬਿਨ ਹੋਰ ਨਾ ਪੂਜੋ, ਮੜੈ ਮਸਾਨ ਨਾ ਜਾਈ, ਤ੍ਰਿਸ਼ਨਾ ਰਾਚ ਨਾ ਪਰ ਘਰ ਜਾਵਾਂ, ਤ੍ਰਿਸ਼ਨਾ ਨਾਮ ਬੁਝਾਈ। ਇਹ ਜਿਹੜੀ ਪੂਜਾ ਕਰਕੇ ਮੰਗਦਾ ਨਾ ਕਿ ਬਾਬਾ ਸਾਡੇ ਘਰ ਦੇ ਵਿੱਚ ਦੁੱਧ ਆ ਜੇ, ਸਾਡੇ ਘਰ ਦੇ ਵਿੱਚ ਪੁੱਤ ਆ ਜੇ, ਸਾਡੇ ਘਰ ਦੇ ਵਿੱਚ ਇੰਨਾ ਕੁਛ ਹੋ ਜੇ, ਮਹਾਰਾਜ ਕਹਿੰਦੇ ਤੇਰੀ ਤ੍ਰਿਸ਼ਨਾ ਬੁਝਣੀ ਨਹੀਂ ਹੈ। ਪਹਿਲੀ ਗੱਲ ਤੇ ਪੂਰੀ ਹੋਣੀ ਨਹੀਂ, ਜਿਹੜਾ ਆਪ ਹੀ ਹੈ ਨਹੀਂ ਉਹ ਕਿਸੇ ਦੀ ਉਮੀਦ ਕਿੱਥੋਂ ਪੂਰੀ ਕਰ ਦੇਵੇਗਾ? ਦੁਨੀਆ ਜਾਂਦੀ ਹੈ, ਬੜੇ ਤਰ੍ਹਾਂ ਦੇ ਪਦਾਰਥ, ਬੜੇ ਤਰ੍ਹਾਂ ਦੀਆਂ ਦੁੱਧ, ਤਰ੍ਹਾਂ ਤਰ੍ਹਾਂ ਦੀਆਂ ਵਸਤੂਆਂ ਲੈ ਲੈ ਕੇ ਜਾਂਦੀ ਹੈ ਦੁਨੀਆ। ਕਿੱਥੇ ਚੱਲੇ ਹੋ? ਕਹਿੰਦੇ ਸਾਡੇ ਵੱਡ ਵਡੇਰਿਆਂ ਨੂੰ ਚੜਾਉਣ ਚੱਲੇ ਆ। ਗੁਰਬਾਣੀ ਨਹੀਂ ਪੜ੍ਹਦਾ ਫਿਰ ਤੂੰ? ਪੜ੍ਹਦਾ ਹੈ ਕਿ ਸੁਣਦਾ ਵੀ ਨਹੀਂ? ਸੁਣਦਾ ਹੈ। ਜੇ ਗੁਰਬਾਣੀ ਨੂੰ ਪੜ੍ਹਦਾ ਹੈ, ਸੁਣਦਾ ਹੈ, ਫਿਰ ਕੋਈ ਸਤਿਗੁਰਾਂ ਦੀ ਗੱਲ ਵੀ ਮੰਨ ਲਿਆ ਕਰ, ਕੋਈ ਤੇ ਮੰਨ ਲੈ ਇੱਕ ਅੱਧੀ। ਹਜੇ ਤੱਕ ਉੱਥੇ ਹੀ ਤੁਰਿਆ ਫਿਰਦਾ ਹੈ। ਲਗਾਤਾਰ ਜਾਂਦੀ ਹੈ ਦੁਨੀਆ। ਉਹਦੀ ਪੂਜਾ ਕੀਤੀ ਹੈ ਅਨੇਕਾਂ ਤਰ੍ਹਾਂ ਦੇ ਪਦਾਰਥ। ਕਹਿੰਦੇ ਬਾਬਿਆਂ ਨੂੰ ਅੱਜ ਖੀਰ ਪ੍ਰਸ਼ਾਦ ਛਕਾਉਣਾ ਹੈ। ਵਾਹ ਜੀ ਵਾਹ! ਆ ਜਿਉਂਦੇ ਬਾਪੂ ਨੂੰ ਤਾਂ ਕੋਈ ਪਾਣੀ ਨਹੀਂ ਦਿੰਦਾ, ਮਰਨ ਤੋਂ ਬਾਅਦ ਬਣਾ ਕੇ 4 ਇੱਟਾਂ ਦੀ ਜਗ੍ਹਾ ਤੇ ਕਹਿਣਗੇ ਅਸੀਂ ਬਾਪੂ ਨੂੰ ਦੀਵਾਲੀ ਵਾਲੇ ਦਿਨ ਖੀਰ ਪ੍ਰਸ਼ਾਦ ਛਕਾਉਣਾ ਹੈ। ਹੁਣ ਛਕਾਉਣਾ ਹੈ
ਜਿਉਂਦੇ ਨੂੰ ਛਕਾ ਲੈਂਦਾ ਜੇ ਇੰਨਾ ਚਾਅ ਸੀਗਾ ਛਕਾਉਣ ਦਾ। ਉਹ ਤਾਂ ਸਾਰਾ ਕੁਝ ਬਾਪੂ ਤੋਂ ਲੁਕੋ ਲਿਆ। ਉਹ ਤਾਂ ਬਾਪੂ ਨੂੰ ਕਦੇ ਰਸੋਈ 'ਚ ਨਹੀਂ ਵੜਨ ਦਿੱਤਾ। ਉਦੋਂ ਦਾ ਬਾਪੂ ਨੂੰ ਕਦੇ ਚੰਗੇ ਕਮਰਿਆਂ ਦੇ ਵਿੱਚ ਨਹੀਂ ਬਿਠਾਇਆ, ਚੰਗੀ ਰਜਾਈ ਨਹੀਂ ਦਿੱਤੀ ਬਾਪੂ ਨੂੰ, ਚੰਗਾ ਕਦੇ ਨਵਾਂ ਸਿਰਹਾਣਾ ਨਹੀਂ ਦਿੱਤਾ। ਉਦੋਂ ਦਾ ਬਾਪੂ ਨੂੰ ਕਦੇ ਚੰਗਾ ਮੰਜਾ ਨਹੀਂ ਦਿੱਤਾ, ਕਦੇ ਬੈੱਡ ਨਹੀਂ ਦਿੱਤਾ। ਤੇ ਹੁਣ ਬਾਪੂ ਦੇ ਨਾਂ 'ਤੇ ਬੜਾ ਕੁਛ ਦਾਨ ਕਰਦਾ ਫਿਰਦਾ। ਬਾਪੂ ਕਿੱਥੇ ਹੈ ਤੇਰਾ? ਹੁਣ ਬੜਾ ਦਾਨ ਕਰਦਾ ਪਿਆ। ਉਦੋਂ ਰੱਤੀ ਭਰ ਵੀ ਕੋਈ ਚੰਗੀ ਚੀਜ਼ ਖਾਣ ਨੂੰ ਨਹੀਂ ਦਿੱਤੀ, ਕਦੇ ਪਹਿਨਣ ਨੂੰ ਨਹੀਂ ਦਿੱਤੀ, ਕਦੇ ਦੇਖਣ ਨੂੰ ਚੰਗੀ ਚੀਜ਼ ਨਹੀਂ ਦਿੱਤੀ, ਕਦੇ ਉਹਦੇ ਨਾਲ ਚਾਰ ਗੱਲਾਂ ਮੰਜੀ 'ਤੇ ਬਹਿ ਕੇ ਨਹੀਂ ਕੀਤੀਆਂ, ਕਦੇ ਉਹਦੇ ਨਾਲ ਹੱਸੇ ਨਹੀਂ, ਕਦੇ ਉਹਦੇ ਨਾਲ ਦੁੱਖ ਸੁੱਖ ਨਹੀਂ ਕੀਤਾ। ਤੇ ਮਰਨ ਤੋਂ ਬਾਅਦ ਕਹਿੰਦੇ ਹੁਣ ਸਾਰਾ ਕੁਝ ਸਾਡਾ ਬਾਪੂ ਦੇ ਨਾਲ ਹੀ ਚੱਲਦਾ ਹੈ। ਦਿੱਤਾ ਸੀ ਕਦੇ ਬਾਪੂ ਨੂੰ ਸੱਜਰ ਸੂਈ ਹੋਈ ਮੱਝਾਂ ਦਾ ਦੁੱਧ ਕਦੇ ਬਾਪੂ ਨੂੰ ਪਿਆਇਆ ਨਹੀਂ, ਉਦੋਂ ਨਹੀਂ ਪਿਆਇਆ। ਹੁਣ ਕਹਿੰਦਾ ਮੱਝ ਦਾ ਦੁੱਧ ਲੈ ਕੇ ਜਾਣਾ ਬਾਪੂ ਵਾਸਤੇ, ਗਾਂ ਦਾ ਨਹੀਂ ਲੈ ਕੇ ਜਾਣਾ। ਉਹ ਬਣਾ ਕੇ ਤੇ ਉੱਤੇ ਇੱਟਾਂ ਤੇ ਪਾਈ ਜਾਂਦਾ। ਇਹ ਤੋਂ ਪਹਿਲਾਂ ਆਪਣੇ ਮਾਂ ਦੀ, ਆਪਣੇ ਬਾਪ ਦੀ ਜੇ ਸੇਵਾ ਕਰਨ ਦਾ ਇੱਛੁਕ ਸੀ ਤੇ ਪਹਿਲਾਂ ਕਰਨੀ ਸੀ। ਅੱਜ ਕਿੱਥੇ ਹੈ? ਅੱਜ ਤੇ ਕੁਛ ਵੀ ਨਹੀਂ ਰਿਹਾ। ਹੁਣ ਸਾਰਾ ਕੁਛ ਹੀ ਬਾਪੂ ਦਾ। ਹੁਣ ਬਾਪੂ ਦੇ ਨਾਂ 'ਤੇ ਵਸਤਰ ਵੀ ਹੈ, ਬਾਪੂ ਦੇ ਨਾਂ 'ਤੇ ਜੁੱਤੀਆਂ ਵੀ ਨੇ, ਬਾਪੂ ਦੇ ਨਾਮ 'ਤੇ ਕੰਘਾ ਵੀ ਹੈ, ਬਾਪੂ ਦੇ ਨਾਮ ਦਾ ਪਰਨਾ ਵੀ ਹੈ, ਬਾਪੂ ਦੇ ਨਾਮ ਦੇ ਵਸਤਰ ਵੀ ਨੇ, ਕਛਹਿਰੇ ਵਾਸਤੇ ਵੀ ਕੱਪੜਾ ਹੈ। ਬਾਪੂ ਵਾਸਤੇ ਸਾਰਾ ਕੁਝ ਹੈਗਾ, ਪਰ ਹੈ ਮਰਨ ਤੋਂ ਬਾਅਦ। ਜਿਉਂਦੇ ਵਾਸਤੇ ਕੁਝ ਵੀ ਨਹੀਂ ਹੈ, ਬਾਪੂ ਵਾਸਤੇ ਕੁਝ ਵੀ ਨਹੀਂ ਹੈ। ਇਹ ਸੱਚਾਈ ਹੈ ਦੁਨੀਆ ਦੀ। ਇਹ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਮਨੁੱਖ ਦੀ ਸੱਚਾਈ ਸਾਹਮਣੇ ਰੱਖਦੇ ਨੇ ਕਿ ਜੇ ਤੂੰ ਸੇਵਾ ਕਰਨ ਦਾ ਇੱਛੁਕ ਹੈ ਤੇ ਜਿਉਂਦੇ ਦੀ ਕਰ ਲਾ, ਉਸ ਤੋਂ ਬਾਅਦ ਨਹੀਂ। ਫਿਰ ਦੁਨੀਆ ਉਸ ਤੋਂ ਬਾਅਦ ਬੜੀ ਪੂਜਾ ਚੱਲਦੀ ਹੈ, ਬੜੀ ਪੂਜਾ ਚੱਲਦੀ ਹੈ। ਤ੍ਰਿਸ਼ਨਾ ਜਿਹੜੀ ਹੈ ਮਨੁੱਖ ਦੀ ਇੱਛਾ ਪੂਰੀ ਵੀ ਹੋ ਜਾਂਦੀ ਹੈ ਬਥੇਰਿਆਂ ਦੀ। ਬਥੇਰੇ ਕਹਿੰਦੇ ਨੇ ਅੱਜ ਬਾਪੂ ਨੇ ਇੱਛਾ ਪੂਰੀ ਕਰਤੀ। ਬੜੀਆਂ ਧੌਣਾ ਉੱਚੀਆਂ ਕਰ ਕਰਕੇ ਕਹਿੰਦੇ ਨੇ ਅਸੀਂ ਫਲਾਨਿਆਂ ਦੇ ਔਲਾਦ ਹੁੰਨੇ ਆ। ਜਿਹਦਾ ਨਾਂ ਲਈ ਜਾਂਦਾ ਹੈ, ਕਦੇ 2 ਡੰਗ ਦੇ 3 ਡੰਗ ਦੀ ਰੋਟੀ ਖਵਾਈ ਸੀ ਉਹਨੂੰ ਸੱਜਰੀ ਲਾ ਕੇ? ਉਹ ਤਾਂ ਬਈਆਂ ਰੋਟੀਆਂ ਮੱਥੇ ਮਾਰਦਾ ਅਗਲਾ ਪਿਓ ਦੇ, ਆਪਦੀ ਮਾਂ ਦੇ ਜਿਉਂਦਿਆਂ ਤੋਂ। ਤੇ ਮਰਨ ਤੋਂ ਬਾਅਦ ਕਹਿਣਗੇ ਫਲਾਨਿਆਂ ਦੀ ਔਲਾਦ ਹੈ, ਲਾਹਨਤ ਹੈ ਤੇਰੇ ਤੇ ਇਹੋ ਜਿਹੇ ਤੇ, ਜਿਹੜਾ ਮਰੇ ਹੋਏ ਬਾਪੂ ਦਾ ਨਾਮ ਵੀ ਵਰਤੀ ਜਾਂਦਾ ਤੂੰ ਅੱਜ, ਜਿਉਂਦੇ ਦੀ ਤਾਂ ਕਦੇ ਸੇਵਾ ਕੀਤੀ ਨਹੀਂ ਸੀ। ਜਿਉਂਦੇ ਬਾਪੂ ਨੂੰ ਕਦੇ ਦਾਲ ਦੇ ਵਿੱਚ ਰੱਤੀ ਭਰ ਵੀ ਘਿਓ ਨਹੀਂ ਪਾਇਆ। ਮਰਨ ਤੋਂ ਬਾਅਦ ਲੈ ਕੇ ਜਾਂਦੇ ਨੇ, ਕਹਿੰਦੇ ਦੇਸੀ ਘਿਓ ਦਾ ਪ੍ਰਸ਼ਾਦ ਬਣਾ ਕੇ ਬਾਪੂ ਨੂੰ ਚੜਾਉਣਾ। ਵਾਹ ਜੀ ਵਾਹ, ਇਹ ਦੁਨੀਆ ਦੀ ਸੱਚਾਈ ਹੈ। ਜਦੋਂ ਮੰਗਦਾ ਸੀ ਉਦੋਂ ਨਹੀਂ ਦਿੱਤਾ, ਉਦੋਂ ਨੇ ਮੰਗਿਆ। ਹੁਣ ਤੇ ਮੰਗਦਾ ਵੀ ਨਹੀਂ ਹੈ। ਹੁਣ ਮੰਗਣ ਜੋਗਰਾ ਰਿਹਾ ਵੀ ਕਿੱਥੇ ਹੈ? ਜੇ ਹੋਊ ਤਾਂ ਮੰਗੂ। ਸਾਰਾ ਕੁਝ ਜਦੋਂ ਚਲਿਆ ਗਿਆ ਉਸ ਤੋਂ ਬਾਅਦ ਪੂਜਾ। ਮਹਾਰਾਜ ਗੁਰਬਾਣੀ ਸਿਖਾਉਂਦੀ ਹੈ, ਗੁਰਮੁਖਾ ਜੇ ਤੂੰ ਸੇਵਾ ਕਰਨ ਦਾ ਇੱਛੁਕ ਹੈ ਤੇ ਫਿਰ ਜਿਉਂਦਿਆਂ ਦੀ ਸੇਵਾ ਕਰ, ਮਰਨ ਤੋਂ ਬਾਅਦ ਨਹੀਂ ਹੈ। ਤੇ ਦੁਨੀਆ ਮਰਨ ਤੋਂ ਬਾਅਦ ਹੀ ਸੇਵਾ ਕਰਦੀ ਹੈ। ਰੁਪਈਏ ਵੀ ਰੱਖੇ ਜਾਂਦੇ ਨੇ, ਕੱਚੀ ਲੱਸੀ ਵੀ ਪਾਈ ਜਾਂਦੀ ਹੈ, ਵਸਤਰ ਵੀ ਦਿੱਤੇ ਜਾਂਦੇ ਨੇ, ਜੁੱਤੀਆਂ ਵੀ ਦਿੱਤੀਆਂ ਜਾਂਦੀਆਂ, ਬੜਾ ਕੁਛ ਦਿੱਤਾ ਜਾਂਦਾ ਹੈ, ਬੜਾ ਕੁਝ ਦਿੱਤਾ ਜਾਂਦਾ ਹੈ। ਇਹ ਜਿਹੜੇ ਸਾਡੇ ਧਾਰਮਿਕ ਸਥਾਨਾਂ ਵਾਲੇ ਨੇ ਬਾਬੇ, ਜਿਹੜੇ ਅਸੀਂ ਬਾਬੇ ਹੁੰਨੇ ਆ, ਤਕਰੀਬਨ ਤੁਸੀਂ ਲਾ ਲਿਓ ਵੀ ਸਾਡੇ ਕੋਲੇ ਜਿੰਨੇ ਦੇ ਜਿੰਨੇ ਵਸਤਰ ਹੁੰਦੇ ਨੇ ਸਾਰੇ ਦੇ ਸਾਰੇ ਮਰੇ ਹੋਏ ਬਾਪੂਆਂ ਦੇ ਹੁੰਦੇ ਨੇ। ਜਿਉਂਦੇ ਦਾ ਕੋਈ ਵਸਤਰ ਨਹੀਂ ਹੁੰਦਾ, ਕੋਈ ਵਸਤਰ ਨਹੀਂ। ਮਾਫ ਕਰਨਾ, ਕੋਈ ਵਸਤਰ ਨਹੀਂ ਹੈ ਜਿਉਂਦੇ ਦਾ। ਇਹ ਮਰਨ ਤੋਂ ਬਾਅਦ ਬੜਾ ਕੁਛ ਦਾਨ ਕੀਤਾ ਜਾਂਦਾ ਹੈ, ਬੜਾ ਕੁਛ ਪੁੰਨ ਕੀਤਾ ਜਾਂਦਾ ਹੈ। ਜਿਉਂਦੇ ਜੀ ਸੇਵਾ ਕਰ ਲੈਂਦਾ, ਮਰਨ ਤੋਂ ਬਾਅਦ ਤੇ ਫਿਰ ਸਾਰੀ ਦੁਨੀਆ ਹੀ ਕਹਿੰਦੀ ਹੈ। ਜਦੋਂ ਕੋਈ ਬਿਮਾਰ ਹੋਵੇ ਉਦੋਂ ਤਾਂ ਕੋਈ ਹਸਪਤਾਲ ਦੇ ਵਿੱਚ ਨਹੀਂ ਜਾਂਦਾ। ਜੇ ਕੋਈ ਜਾਂਦਾ ਤੇ 4 ਘੰਟੇ ਬਹਿ ਕੇ ਉੱਥੇ 2-4 ਗੱਲਾਂ ਕਰਤਾ, 5-7 ਗੱਲਾਂ ਕੀਤੀਆਂ ਤੇ ਵਾਪਸ ਆਪਣੇ ਘਰਾਂ ਨੂੰ ਮੁੜਿਆ, ਕਹਿੰਦੇ ਅਸੀਂ ਪਤਾ ਲੈ ਲਿਆ। ਮਰਨ ਤੋਂ ਬਾਅਦ ਜਿੱਦਾਂ ਗਿਆ ਬਾਪੂ ਚੜ੍ਹਾਈ ਕਰ ਜਾਂ ਮਾਤਾ ਚੜ੍ਹਾਈ ਕਰ ਗਈ, ਫਿਰ ਲਗਾਤਾਰ 8 ਦਿਨ ਘਰੇ ਲੰਗਰ ਚੱਲਦਾ ਹੈ। ਲਗਾਤਾਰ ਆਉਂਦੇ ਨੇ ਫਿਰ ਰਿਸ਼ਤੇਦਾਰ। ਇਹ ਜਿਹੜੇ ਭੂਤ ਪ੍ਰੇਤ ਸੁੱਤੇ ਪਏ ਹੁੰਦੇ ਨੇ ਸਾਰੇ ਦੇ ਸਾਰੇ ਜਾਗ ਪੈਂਦੇ ਨੇ।
8-8 दिन 9-9 दिन बैठे रहणगे। कहंदे भोग तक असीं दुख बनाउने आ। वाह जी वाह। वो जिहड़ा बंदा दुखी सी, जिहड़ा हस्पताल दे विच सी, वो तां दाखल सी, जिहड़ा वो तां मर गया। हुण दुख किहदे नाल बनाउने हो? बाकी तां परिवार सही बैठा है। मगरों चढ़दी है फिर तवी। बापू वास्ते तवे ते कोई सजरी रोटियां दो नहीं लाउंदा। जदों बापू चढ़ाई कर गया मरण तो बाद फिर 8 दिन लगातार तवी ते रोटियां बनदियां। तवे ते तां फिर बनदियां नहीं, क्योंकि भूत प्रेत ज़्यादा आए हुंदे आ घरां दे विच। ये दुनिया की सच्चाई है। गुरु साहिब जी महाराज ने इस दुविधा दे विचों मनुख नूं कढिया है। मां की सेवा करनी है, बाप की सेवा करनी है, भैन की सेवा करनी है, भरा की सेवा करनी है, किसी रिश्तेदार की सेवा करनी है। उहदी जिउंदे जी कर, मरण तो बाद तू उहदी सेवा नहीं कर सकदा। मरण तो बाद ते महाराज कहंदे धंधा पिटियो भाईओ, तुम कूड़ कमावो, ओ ना सुनी काते तुम लोक सुनावो। सारा कुछ तुसी लोकां दे मारे करदे हो, उस दे मारे नहीं करदे। गुरबाणी ने गल सिद्ध कीती है। सतगुरु महाराज जी कृपा करन। अकाल पुरख महाराजियां ने बड़े तरह की सेध बख्शी है। ये चौधरी सी जिहड़ा लंगाहा चौधरी, इहने महाराज का जदों बचन मन्निया, महाराज कहंदे असीं तेरे घर आके इशनान करया करांगे, तैनूं आउण दी लोड़ नहीं है। पर अज गुरु तो बेमुख हो गया। अज गुरु का बचन नहीं मन्निया, ते गुरु का जे बचन नहीं मन्निया ते 150-200 किला बिघा जमीन का लंगाहे चौधरी दियां हड्डियां भी उहदी जमीन दे विच नहीं पहुंचियां सी, जिहड़ा गुरु तो बेमुख होया। तो गुरु साहिब जी महाराज कहते ने कि गुरु का बचन मन, जे गुरु का बचन मनेगा तो अकाल पुरख महाराज जी कहते इस जन्म अते मरण तो सदा वास्ते तो रहत हो जावेगा। अकाल पुरख महाराज जी कहते सेवक कौ सेवा बन आई, हुकम बोझ परम पद पाई, मुरदा होए मरीद ना गली होवना। जिउंदे जी मरीद होना, सेवक बनना, तो जिउंदे जी तैनूं मरना पैना, फिर महाराज दा तू सेवक बनेगा। अकाल पुरख महाराजियां ने जो बचन ਇਹਦੇ नाल कीते, अकाल पुरख गुरु अर्जन देव साहब महाराज जियां दे बचन पूरे होए। गुरु साहिब जी महाराज कृपा करते ने। अज भी जेड़े गुरु के बचन ने, जिन्होंने असी गाउने आ, जिन्होंने असी सुनते हैं, गुरु साहिब जी महाराज कहते गुरु के बचन नूं मन लिया कर, जन्म अते मरण तो रहत हो जाएगा। जे गुरु के बचनों नूं ना मन्निया तो फिर इतिहास पढ़ के देख लें, जिन्होंने गुरु के बचन नहीं मन्ने उन्हों की जिंदगी का हाल की होया है। गुरु साहिब जी महाराज कृपा करन। ਇੱਥੇ अपना समाप्ति का समा, भुलां चुकां दी खिमा। आईयां संगतां दा बहुत धन्नवाद। प्रेम दे नाल सारी संगत बुलायो फतेह। वाहिगुरू जी का खालसा, वाहिगुरू जी की फतेह।